ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਕੁਦਰਤ ਦੀ ਮਾਰ ਫੇਰ ਪਈ ਆ ਕਿਸਾਨਾਂ ਨੂੰ। ਬੇਸ਼ੱਕ ਤਾਪਮਾਨ ਤਾਂ ਕਾਫੀ ਘਟਿਆ, ਬੇਸ਼ੱਕ ਠੰਡ ਵਰਗਾ ਮਾਹੌਲ ਜਿਹਾ ਬਣਿਆ ਕਿਉਂਕਿ ਹਵਾ ਵੀ ਠੰਡੀ ਚੱਲਦੀ ਰਹੀ ਹੈ, ਪਰ ਕਿਸਾਨੀ ਜਿਹੜੀ ਕਿ ਪਹਿਲਾਂ ਹੀ ਕੇਂਦਰ ਦੀ ਤੇ ਸੂਬੇ ਦੀ ਝੰਬੀ ਹੋਈ ਹੈ, ਉਹਨੂੰ ਹੋਰ ਵੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬਾਰਦਾਨੇ ਦੀ ਘਾਟ ਕਰਕੇ ਜਿਹੜੇ ਕਿਸਾਨ ਮੰਡੀਆਂ ਦੇ ਵਿੱਚ ਇਸ ਵਕਤ ਰੁਲ ਰਹੇ ਆ, ਉਹਨਾਂ ਦੀਆਂ ਢੇਰੀਆਂ ਮੰਡੀਆਂ ਦੇ ਵਿੱਚ ਕਣਕ ਦੀਆਂ ਭਿੱਜ ਗਈਆਂ ਕਿਉਂਕਿ ਮੀਂਹ ਕੱਲ੍ਹ ਪੰਜਾਬ ਦੇ ਵਿੱਚ ਰੁਕ ਰੁਕ ਕੇ ਹਰ ਥਾਂ ਦੇ ਉੱਤੇ ਪੈਂਦਾ ਰਿਹਾ। ਫਰੀਦਕੋਟ ਤੇ ਕੁਝ ਕੁ ਹੋਰ ਥਾਵਾਂ ਦੇ ਉੱਤੇ ਤਾਂ ਗੜੇ ਪੈਣ ਦੀਆਂ ਖਬਰਾਂ ਵੀ ਪ੍ਰਾਪਤ ਹੋਈਆਂ, ਜਿਹਦੇ ਕਰਕੇ ਕਣਕ ਦੀ ਵਾਢੀ ਦੇ ਵਿੱਚ ਵੀ ਵਿਘਨ ਪਿਆ ਕਿਉਂਕਿ ਇਸ ਵਕਤ ਖੇਤਾਂ ਦੇ ਵਿੱਚ ਬਹੁਤ ਰੁਝੇਵੇਂ ਦੇ ਵਿੱਚ ਆ ਕਿਸਾਨ। ਪਰ ਜਿਸ ਤਰੀਕੇ ਨਾਲ ਕਣਕ ਸਲਾਬੀ ਗਈ ਹੈ, ਕਿਸਾਨਾਂ ਦਾ ਨੁਕਸਾਨ ਹੋਣਾ ਕੁਦਰਤੀ ਹੈ। ਤੇ ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਇਵੇਂ ਹੀ ਮੌਸਮ ਨੇ ਕਰਵਟ ਬਦਲੀ ਰੱਖਣੀ ਆ ਤੇ ਹੋ ਸਕਦਾ ਕਈ ਹੋਰ ਥਾਵਾਂ ਦੇ ਉੱਤੇ ਵੀ ਪੰਜਾਬ ਦੇ ਵਿੱਚ ਮੀਂਹ ਪਵੇ। ਬਾਕੀ ਵਕਤ ਬਿਆਨ ਕਰੂ ਕਿ ਕੀ ਉਹਨਾਂ ਦੇ ਵੱਲੋਂ ਕੀਤੀ ਗਈ ਭਵਿੱਖਬਾਣੀ ਸਹੀ ਸਾਬਤ ਹੁੰਦੀ ਹੈ ਜਾਂ ਫਿਰ ਨਹੀਂ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ, ਭਾਰਤ ਦੇ ਵਿੱਚ ਲੰਘੇ ਕੱਲ੍ਹ 3,15,000 ਤੋਂ ਵੱਧ ਕਰੋਨਾ ਦੇ ਕੇਸ ਆਏ ਆ 24 ਘੰਟਿਆਂ ਦੇ ਅੰਦਰ। ਭਾਰਤ ਦੁਨੀਆ ਦੇ ਵਿੱਚ ਪਹਿਲੇ ਨੰਬਰ ਦਾ ਦੇਸ਼ ਬਣ ਗਿਆ ਜਿਹੜਾ ਕਿ ਕਰੋਨਾ ਮਾਮਲਿਆਂ ਦੇ ਵਿੱਚ ਇੰਨਾ ਅੱਗੇ ਨਿਕਲ ਗਿਆ। ਤੇ ਭਾਰਤ ਦੇ ਵਿੱਚ ਜਿੰਨੇ ਕੇਸ ਆ ਰਹੇ ਆ ਤੇ ਉਸ ਤੋਂ ਬਾਅਦ ਨਵੀਆਂ ਭਵਿੱਖਬਾਣੀਆਂ ਵੀ ਕੀਤੀਆਂ ਜਾ ਰਹੀਆਂ ਕਿਉਂਕਿ ਇੱਕ ਮੈਡੀਕਲ ਸੰਸਥਾ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਕਰੋਨਾ ਦਾ ਸਿਖਰ ਵੱਧ ਰਿਹਾ, ਉਸ ਤਰੀਕੇ ਦੇ ਨਾਲ ਆਉਂਦੇ ਮਹੀਨੇ ਦੇ ਵਿੱਚ ਯਾਨੀ ਕਿ ਮਈ ਮਹੀਨੇ ਦੇ ਅੱਧ ਦੇ ਵਿੱਚ ਦੁਨੀਆ ਭਰ ਦੇ ਵਿੱਚ ਭਾਰਤ ਆ ਜਿਹੜਾ ਉਹ ਸਭ ਤੋਂ ਮੂਹਰੇ ਹੋਊਗਾ ਤੇ ਭਾਰਤ ਦੇ ਵਿੱਚ ਇੰਨੇ ਕੁ ਕੇਸ ਆਉਣਗੇ ਵੀ ਦਿਨ ਦੇ 5 ਤੋਂ ਲੈ ਕੇ 7 ਲੱਖ ਤੱਕ ਨਵੇਂ ਕੇਸ ਆ ਸਕਦੇ ਆ ਤੇ ਮੌਤਾਂ ਦੀ ਗਿਣਤੀ ਦੇ ਵਿੱਚ ਵੀ ਇਜ਼ਾਫਾ ਹੋ ਸਕਦਾ ਹੈ। ਅਸੀਂ ਅਰਦਾਸ ਕਰਦੇ ਹਾਂ ਕਿ ਇਹ ਸਾਰਾ ਕੁਝ ਨਾ ਹੋਵੇ, ਸਾਰੇ ਲੋਕ ਤੰਦਰੁਸਤ ਰਹਿਣ। ਪਰ ਜਦੋਂ ਹੁਣ ਸੰਕਟ ਦੀ ਘੜੀ ਆ ਗਈ ਆ, ਹਾਲਾਂਕਿ ਕੁਝ ਕੁ ਲੋਕ ਹਾਲੇ ਵੀ ਇਹ ਗੱਲ ਕਹਿੰਦੇ ਵੀ ਕਰੋਨਾ ਨਹੀਂ ਹੈ, ਕਰੋਨਾ ਤਾਂ ਇੱਕ ਡਰਾਮਾ ਹੈ, ਸਭ ਦੀ ਆਪੋ ਆਪਣੀ ਸੋਚ ਆ। ਪਰ ਜਿਵੇਂ ਕਿ ਖਬਰਾਂ ਆ ਰਹੀਆਂ ਉਹਦੇ ਮੁਤਾਬਕ ਇਹ ਗੱਲ ਕਹਿਣੀ ਬਣਦੀ ਆ ਕਿ ਜੇਕਰ ਸੰਕਟ ਹੋਰ ਗੰਭੀਰ ਹੋਇਆ ਤਾਂ ਨਾ ਸਾਡੇ ਕੋਲੇ ਪੂਰੀ ਮਾਤਰਾ ਦੇ ਵਿੱਚ ਆਕਸੀਜਨ ਆ, ਨਾ ਸਾਡੇ ਕੋਲੇ ਪੂਰੀ ਵੱਡੀ ਗਿਣਤੀ ਦੇ ਵਿੱਚ ਬੈੱਡ ਆ, ਨਾ ਸਾਡੇ ਕੋਲੇ ਇਸ ਵਕਤ ਟੈਸਟ ਕਿੱਟਾਂ ਤੇ ਇਸ ਵਕਤ ਤਾਂ ਵੈਕਸੀਨ ਦੀ ਵੀ ਕਾਫੀ ਕਮੀ ਪਾਈ ਜਾ ਰਹੀ ਹੈ। ਵੱਖ-ਵੱਖ ਸੂਬਿਆਂ ਦੇ ਵਿੱਚੋਂ ਖਬਰਾਂ ਆ ਰਹੀਆਂ ਕਿ ਸਾਡੇ ਕੋਲੇ ਵੈਕਸੀਨ ਥੁੜ ਗਈ ਹੈ, ਸਾਡੇ ਕੋਲੇ 2 ਦਿਨ ਦੀ ਵੈਕਸੀਨ ਬਾਕੀ ਹੈ, ਕੋਈ ਸੂਬਾ ਕਹਿੰਦਾ ਸਾਡੇ ਕੋਲੇ ਸਿਰਫ 5 ਦਿਨ ਦੀ ਵੈਕਸੀਨ ਬਾਕੀ ਹੈ। ਇਸ ਕਰਕੇ ਅਸੀਂ ਲੜਾਂਗੇ ਕਿਵੇਂ ਸਮੱਸਿਆ ਦੇ ਨਾਲ, ਇਹ ਸਭ ਤੋਂ ਵੱਡਾ ਸਵਾਲ ਪੈਦਾ ਹੁੰਦਾ। ਉਸ ਤੋਂ ਅਗਲੀ ਵੱਡੀ ਗੱਲ ਇਹ ਹੈ ਕਿ ਇਸ ਵਕਤ ਕਈ ਨਿੱਜੀ ਹਸਪਤਾਲਾਂ ਨੇ ਇੰਨੇ ਵੱਡੇ ਪੱਧਰ ਦੇ ਉੱਤੇ ਲੁੱਟ ਮਚਾਈ ਹੋਈ ਹੈ ਬਈ ਸ਼ਬਦ ਪਾਉਣੇ ਪੈ ਜਾਂਦੇ ਆ ਉਹਨਾਂ ਨੂੰ ਲਾਹਣਤਾਂ ਪਾਉਣ ਦੇ ਲਈ। ਮੇਰੇ ਬਹੁਤ ਸਾਰੇ ਜਾਣਕਾਰਾਂ ਨੇ ਮੈਨੂੰ ਸਮੇਂ-ਸਮੇਂ ਦੇ ਉੱਤੇ ਫੋਨ ਕੀਤਾ। ਕੱਲ੍ਹ ਹੀ ਇੱਕ ਸੱਜਣ ਦਾ ਫੋਨ ਆਇਆ ਦੁਰਾਹਾ ਖੇਤਰ ਦੇ ਵੱਲੋਂ। ਉਹਨੇ ਕਿਹਾ ਜੀ ਕਿ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਅਸੀਂ ਆਪਣੇ ਪਿਤਾ ਜੀ ਨੂੰ ਦਾਖਲ ਕਰਵਾਇਆ। ਪਿਤਾ ਜੀ ਅਮਰੀਕਾ ਦੇ ਵਿੱਚੋਂ ਆਏ ਸੀਗੇ ਕੁਝ ਕੁ ਸਮਾਂ ਪਹਿਲਾਂ ਤੇ ਉਹਨਾਂ ਨੂੰ ਜਦੋਂ ਦਾਖਲ ਕਰਵਾਇਆ ਤੇ ਕਹਿੰਦੇ ਜੀ ਅਸੀਂ ਇਹਨਾਂ ਕਰੋਨਾ ਟੈਸਟ ਕਰਨਾ। ਕਰੋਨਾ ਟੈਸਟ ਦੇ ਬਹਾਨੇ ਉਹਨਾਂ ਨੇ ਉਹਨਾਂ ਨੂੰ ਆਈਸੋਲੇਸ਼ਨ ਦੇ ਵਿੱਚ ਪਾਤਾ। ਕਹਿੰਦੇ ਜੀ ਤੀਜੇ ਚੌਥੇ ਦਿਨ ਅਸੀਂ ਰਿਪੋਰਟ ਦੇਵਾਂਗੇ ਤੇ ਬਾਅਦ ਦੇ ਵਿੱਚ ਨਾ ਉਹਨਾਂ ਦੇ ਕੋਲੇ ਕੋਈ ਬੌੜਿਆ, ਨਾ ਉਹਨਾਂ ਦੇ ਕੋਲੇ ਕੋਈ ਗਿਆ, ਨਾ ਕੋਈ ਨਰਸ ਗਈ, ਨਾ ਡਾਕਟਰ ਗਿਆ ਤੇ ਐ ਪੂਰਾ ਮੀਟਰ ਦਾ ਲੰਮਾ ਬਿੱਲ ਫੜਾ ਦਿੱਤਾ ਗਿਆ ਉਹਨਾਂ ਨੂੰ। ਤੇ ਬਾਅਦ ਦੇ ਵਿੱਚ ਜਦੋਂ ਪਤਾ ਲੱਗਾ ਜੀ ਕਿ ਇਹ ਤਾਂ ਬਿੱਲ ਵਧਾਈ ਜਾਂਦੇ ਤੇ ਇਲਾਜ ਨਾਂ ਦੀ ਕੋਈ ਚੀਜ਼ ਨਹੀਂ ਕਰਦੇਗੇ, ਕੋਈ ਦਵਾਈ ਬੂਟੀ ਦਾ ਪ੍ਰਬੰਧ ਹੈ ਨਹੀਂਗਾ ਇੱਥੇ। ਸੋ ਇਸ ਕਰਕੇ ਉਹਨਾਂ ਨੇ ਬਹੁਤ ਜ਼ੋਰ ਜ਼ਬਰਦਸਤੀ ਧੱਕੇ ਦੇ ਨਾਲ ਆਪਣੇ ਮਰੀਜ਼ ਨੂੰ ਛੁੱਟੀ ਦਵਾਈ ਹੈ। ਤੀਜੇ ਦਿਨ ਬਾਪੂ ਜੀ ਦੀ ਮੌਤ ਹੋ ਗਈ ਹੈ। ਪਰ ਹਾਲੇ ਤੱਕ ਹਸਪਤਾਲ ਇਹ ਨਹੀਂ ਦੱਸ ਰਿਹਾ ਵੀ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕਰੋਨਾ ਦੀ ਕਿਹੜੀ ਦਵਾਈ ਲਾਈ ਹੈ, ਤੁਸੀਂ ਕਿਹੜੇ ਇਲਾਜ ਦੇ ਲਈ ਪ੍ਰਬੰਧ ਕੀਤੇ ਆ, ਤੁਸੀਂ ਕਿਹੜੀਆਂ ਡ੍ਰਿਪਾਂ ਲਾਈਆਂ ਤੇ ਕਿਹੜੇ ਟੀਕੇ ਲਾਏ ਆ, ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਹਾਂ, ਇਹ ਗੱਲ ਕਹੀ ਜਾ ਰਹੀ ਹੈ ਵੀ ਤੁਸੀਂ ਸਾਡੇ ਉੱਤੇ ਦਬਾਅ ਬਣਾ ਰਹੇ ਆ। ਹਸਪਤਾਲਾਂ ਦੇ ਵੱਲੋਂ ਜੋ ਇਸ ਵਕਤ ਵਤੀਰਾ ਅਪਣਾਇਆ ਜਾ ਰਿਹਾ, ਦੁੱਖ ਹੁੰਦਾ। ਜੇ ਤੁਸੀਂ ਨਿੱਜੀ ਹਸਪਤਾਲ 'ਚ ਜਾਂਦੇ ਆ ਤਾਂ ਤੁਹਾਡਾ 2-2.5 ਲੱਖ ਰੁਪਈਆ ਵੱਟ ਦੇ ਉੱਤੇ ਪਿਆ। ਜੇ ਸਰਕਾਰੀ ਹਸਪਤਾਲ 'ਚ ਜਾਂਦੇ ਆ, ਬੰਦੇ ਨੂੰ ਇਸ ਗੱਲ ਦੀ ਆਸ ਹੀ ਨਹੀਂ ਕਿ ਮੈਂ ਇੱਥੋਂ ਤੰਦਰੁਸਤ ਹੋ ਕੇ ਮੁੜ ਜੂੰਗਾ। ਲੋਕਾਂ ਦੀ ਧਾਰਨਾ ਇਹ ਬਣੀ ਹੋਈ ਆ। ਸੋ ਉਸ ਤੋਂ ਅਗਲੀ ਇੱਕ ਹੋਰ ਦੁੱਖ ਦੀ ਗੱਲ ਹੈ ਵੀ ਜਦੋਂ ਆਪਾਂ ਕਹਿੰਦੇ ਆ ਹਸਪਤਾਲ ਲੁੱਟ ਰਹੇ ਆ, ਜਦੋਂ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਭਾਰਤ ਦੇ ਵਿੱਚ ਆਕਸੀਜਨ ਦੀ ਵੀ ਜਮ੍ਹਾਂਖੋਰੀ ਹੋ ਰਹੀ ਹੈ, ਜਦੋਂ ਇਹ ਗੱਲ ਕਹਿ ਰਹੇ ਹਾਂ ਕਿ ਜਿਹੜੀਆਂ ਕਰੋਨਾ ਵੈਕਸੀਨ ਦੀਆਂ ਸ਼ੀਸ਼ੀਆਂ ਜਿਹੜੀਆਂ ਉਹਨਾਂ ਦੀ ਜਮ੍ਹਾਂਖੋਰੀ ਹੋ ਰਹੀ ਹੈ, ਉਸ ਵਕਤ ਇੱਕ ਹਸਪਤਾਲ ਦੀ ਕਰਤੂਤ ਸਾਹਮਣੇ ਆਈ ਹੈ। ਇਹ ਹਸਪਤਾਲ ਹੈਗਾ ਦਿੱਲੀ ਦਾ ਇੱਕ ਨਿੱਜੀ ਹਸਪਤਾਲ ਹੈ। ਉੱਥੇ ਇੱਕ ਕਰੋਨਾ ਪੀੜਤ ਔਰਤ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਜਦੋਂ ਉਹਨੂੰ ਲਾਸ਼ ਦਿੱਤੀ ਜਾਂਦੀ ਹੈ, ਉਹਦੀ ਲਾਸ਼ ਪਰਿਵਾਰਕ ਮੈਂਬਰਾਂ ਦੇ ਸੁਪਰਦ ਕੀਤੀ ਜਾਂਦੀ ਹੈ। ਆਪਾਂ ਜਾਣਦੇ ਵੀ ਕਰੋਨਾ ਦਾ ਮਰੀਜ਼ ਹੋਵੇ, ਬੈਗ ਦੇ ਵਿੱਚ ਪਾ ਕੇ ਲਾਸ਼ ਦਿੱਤੀ ਜਾਂਦੀ ਹੈ ਵੀ ਭਾਈ ਹੁਣ ਸਿਹਤ ਵਿਭਾਗ ਦੇ ਕਰਮਚਾਰੀ ਜਾ ਕੇ ਟੱਬਰ ਦੇ ਜੀਆਂ ਦੇ ਨਾਲ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਕਰਨਗੇ। ਪਰ ਟੱਬਰ ਦੇ ਜੀਆਂ ਨੂੰ ਬਾਅਦ ਦੇ ਵਿੱਚ ਉਸ ਮਰੀਜ਼ ਦਾ ਸਮਾਨ ਸੌਂਪਣਾ ਹੁੰਦਾ। ਉਹ ਜਿਹੜਾ ਸਮਾਨ ਸੌਂਪਿਆ ਗਿਆ
ਉਹਦੇ ਵਿੱਚ ਗਹਿਣੇ ਹੈ ਨਹੀਂ, ਗਹਿਣੇ ਹਸਪਤਾਲ ਦੇ ਸਟਾਫ ਦੇ ਵੱਲੋਂ ਦੱਬ ਲਏ ਗਏ ਆ। ਇਹ ਆਪਣੇ ਆਪ ਦੇ ਵਿੱਚ ਬੜੀ ਦੁਖਦਾਈ ਖਬਰ ਹੈ ਕਿ ਅਸੀਂ ਲਾਸ਼ਾਂ ਦੇ ਪਿੰਡੇ ਦੇ ਉੱਤੇ ਵੀ ਕੁਝ ਨਹੀਂ ਛੱਡਦੇ, ਅਸੀਂ ਲਾਸ਼ਾਂ ਦੇ ਪੈਸੇ ਵੀ ਲੁਕੋ ਲੈਂਦੇ ਆ, ਕਿਉਂਕਿ ਹਰ ਬੰਦੇ ਦੀ ਜੇਬ ਦੇ ਵਿੱਚ ਕੁਛ ਨਾ ਕੁਛ ਹੁੰਦਾ ਤੇ ਅਸੀਂ ਗਹਿਣੇ ਵੀ ਲਾ ਲੈਂਦੇ ਆ। ਇਹਦਾ ਮਤਲਬ ਇਹ ਹੋਇਆ ਕਿ ਸਾਡੇ ਵਿੱਚ ਇਨਸਾਨੀਅਤ ਨਾਂ ਦਾ ਚੀਜ਼ ਹੀ ਕੋਈ ਨਹੀਂ ਗੀ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕੋਰੋਨਾ ਦੇ ਫੈਲਣ ਦੌਰਾਨ ਹਸਪਤਾਲਾਂ ਵਿੱਚ ਪੈਸੇ ਦੀ ਲੁੱਟ ਤੇ ਅਸੁਵਿਧਾਵਾਂ ਦੀਆਂ ਖਬਰਾਂ ਪਹਿਲਾਂ ਤੋਂ ਹੀ ਆ ਰਹੀਆਂ ਨੇ, ਪਰ ਦਿੱਲੀ ਦੇ ਵਿੱਚ ਇੱਕ ਹਸਪਤਾਲ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਦਿੱਲੀ ਦੇ ਕਾਂਝਵਾਲਾ ਦੇ ਇੱਕ ਨਿੱਜੀ ਹਸਪਤਾਲ ਨੇ ਕੋਵਿਡ ਮਰੀਜ਼ ਦੇ ਗਹਿਣਿਆਂ ਨੂੰ ਲਾਹ ਕੇ ਮ੍ਰਿਤਕ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ। ਦਿੱਲੀ ਦੀ ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ 41 ਸਾਲਾ ਔਰਤ ਹਸ਼ਰਤੀ ਸਿੱਦੀਕੀ ਕੋਰੋਨਾ ਤੋਂ ਪੀੜਤ ਸੀ। ਉਸ ਨੂੰ 16 ਅਪ੍ਰੈਲ ਨੂੰ ਕਾਂਝਵਾਲਾ ਦੇ ਸਾਵਿਤਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਸਮੇਂ ਦੌਰਾਨ ਔਰਤ ਨੇ ਦੋਵਾਂ ਕੰਨਾਂ ਦੇ ਵਿੱਚ ਸੋਨੇ ਦੇ ਗਹਿਣੇ ਤੇ ਨੱਕ ਦੇ ਵਿੱਚ ਵਾਲੀ ਪਾਈ ਹੋਈ ਸੀ। 20 ਅਪ੍ਰੈਲ ਨੂੰ ਔਰਤ ਦੇ ਕੋਵਿਡ ਦੇ ਨਾਲ ਮੌਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਮੋਰਚਰੀ ਦੇ ਵਿੱਚ ਭੇਜ ਕੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ। ਜਦੋਂ ਪਰਿਵਾਰਕ ਮੈਂਬਰ ਹਸਪਤਾਲ ਦੇ ਵਿੱਚ ਸਮਾਨ ਲੈਣ ਪਹੁੰਚੇ ਤਾਂ ਉਹਨਾਂ ਨੂੰ ਬੰਡਲ ਦੇ ਵਿੱਚ ਬੰਦ ਕਰਕੇ ਗਹਿਣੇ, ਮੋਬਾਈਲ ਚਾਰਜਰ ਤੇ ਕੱਪੜੇ ਸੌਂਪ ਕੇ ਇੱਕ ਫਾਰਮ ਦੇ ਉੱਤੇ ਦਸਤਖਤ ਕਰਵਾ ਲਏ ਗਏ। ਜਦੋਂ ਪਰਿਵਾਰਕ ਮੈਂਬਰਾਂ ਨੇ ਬੰਡਲ ਖੋਲ੍ਹਿਆ ਤਾਂ ਉਹਦੇ ਵਿੱਚ 9 ਦੀ ਥਾਂ ਦੇ ਉੱਤੇ 7 ਗਹਿਣੇ ਮਿਲੇ ਨੇ। ਇਹਨਾਂ ਵਿੱਚ ਤਕਰੀਬਨ 10 ਗ੍ਰਾਮ ਦੀਆਂ ਕੰਨਾਂ ਦੀਆਂ ਵਾਲੀਆਂ ਗੁੰਮ ਨੇ। ਜਦੋਂ ਪਰਿਵਾਰ ਵਾਲਿਆਂ ਨੇ ਹਸਪਤਾਲ ਦੇ ਵਿੱਚ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਉਹਨਾਂ ਨੂੰ ਇਹ ਕਹਿ ਕੇ ਭਜਾ ਦਿੱਤਾ ਗਿਆ ਕਿ ਸਾਰਾ ਸਮਾਨ ਦੇ ਦਿੱਤਾ ਹੈ, ਜਿਸ ਦੀ ਸ਼ਿਕਾਇਤ ਪੁਲਿਸ ਦੇ ਕੋਲੇ ਹੁਣ ਦਰਜ ਕਰਵਾਈ ਗਈ ਹੈ। ਮ੍ਰਿਤਕ ਔਰਤ ਦੇ ਭਤੀਜੇ ਨੇ ਕਿਹਾ ਕਿ 17 ਅਪ੍ਰੈਲ ਨੂੰ ਚਾਚੀ ਨਾਲ ਗੱਲ ਹੋਈ ਸੀ ਤਾਂ ਉਹਦੇ ਕੰਨਾਂ ਦੇ ਵਿੱਚ ਵਾਲੀਆਂ ਸਨ, ਜਿਨ੍ਹਾਂ ਦੀ ਕੀਮਤ ਲਗਭਗ 50,000 ਰੁਪਈਆ। ਉਹਨਾਂ ਨੇ ਕਿਹਾ ਕਿ ਵੀਡੀਓ ਕਾਲਿੰਗ ਦੀ ਰਿਕਾਰਡਿੰਗ ਉਹਨਾਂ ਦੇ ਕੋਲ ਹੈ। ਹਸਪਤਾਲ ਨੇ ਉਹ ਵਾਪਸ ਨਹੀਂ ਕੀਤਾ ਕੁਝ ਤੇ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਅਸੀਂ ਸਾਰੇ ਹਸਪਤਾਲਾਂ ਨੂੰ ਇੱਕੋ ਰੱਸੇ ਨਹੀਂ ਬੰਨ੍ਹਦੇ, ਪਰ ਭਾਰਤ ਦੇ ਵਿੱਚ ਲੁੱਟ ਕਿਵੇਂ ਮੱਚੀ ਆ ਕਰੋਨਾ ਦੇ ਨਾਂ ਦੇ ਉੱਤੇ, ਇਹਦੇ ਬਾਬਤ ਸਮੇਂ-ਸਮੇਂ ਦੇ ਉੱਤੇ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਉਂਦੀਆਂ। ਬਹੁਤ ਸਾਰੀਆਂ ਥਾਵਾਂ ਤੋਂ ਇਹੋ ਜਿਹੀ ਜਾਣਕਾਰੀ ਮਿਲਦੀ ਹੈ ਕਿ ਕਿਸੇ ਹੋਰ ਬਿਮਾਰੀ ਤੋਂ ਪੀੜਤ ਵਿਅਕਤੀ ਹੈ, ਜਦੋਂ ਉਹ ਹਸਪਤਾਲ ਦੇ ਵਿੱਚ ਗਿਆ ਉਹਨਾਂ ਨੇ ਕਿਹਾ ਜੀ ਪਹਿਲਾਂ ਤੁਹਾਡਾ ਕਰੋਨਾ ਟੈਸਟ ਕਰਾਂਗੇ ਤੇ ਤੀਜੇ ਦਿਨ ਜਾਂ ਚੌਥੇ ਦਿਨ ਰਿਪੋਰਟ ਆਊਗੀ ਤੇ ਉਨੀ ਦੇਰ ਤੱਕ ਆਈਸੋਲੇਸ਼ਨ ਦੇ ਵਿੱਚ ਰੱਖਣਾ ਪਊਗਾ ਤੇ ਆਈਸੋਲੇਸ਼ਨ ਦਾ ਖਰਚਾ 24 ਘੰਟੇ ਦਾ 20,000 ਰੁਪਈਆ। ਸੋ ਕਹਿਣ ਦਾ ਭਾਵ ਇਹ ਹੈ ਕਿ 60,000 ਰੁਪਈਆ ਤਾਂ ਸੁੱਕਾ ਹੀ ਇੱਕ ਪਾਸੇ ਕੱਢ ਲਓ। ਜੇ ਤਾਂ ਨੈਗੇਟਿਵ ਰਿਪੋਰਟ ਆ ਗਈ ਤਾਂ ਫਿਰ ਤਾਂ ਉਹਦਾ ਇਲਾਜ ਸ਼ੁਰੂ ਹੋ ਜਾਊਗਾ ਤੇ ਅਗਲੇ ਬਿੱਲ ਫਿਰ ਬਣਨਗੇ, ਤੇ ਜੇਕਰ ਆ ਗਈ ਪੋਜ਼ਿਟਿਵ ਤਾਂ ਫਿਰ ਉਹਦਾ ਇਲਾਜ ਹੈ ਜਿਹੜਾ ਉਹ ਸ਼ੁਰੂ ਕਰਕੇ ਤੇ ਕਹਿ ਦਿੰਦੇ ਆ ਕਿ ਅਸੀਂ ਹੁਣ 14 ਦਿਨ ਵੀ ਰੱਖ ਸਕਦੇ ਆ, ਇਹ 20 ਦਿਨ ਵੀ ਰੱਖਿਆ ਜਾ ਸਕਦਾ, ਇਸ ਮਰੀਜ਼ ਨੂੰ ਮਹੀਨਾ ਵੀ ਰੱਖਣਾ ਪੈ ਸਕਦਾ। ਮਤਲਬ ਇਹ ਹੈ ਕਿ ਤੁਹਾਡਾ 5-7 ਲੱਖ ਰੁਪਈਆ ਹੋ ਸਕਦਾ ਬਿੱਲ ਬਣ ਜਾਵੇ ਤੇ ਉਸ ਤੋਂ ਬਾਅਦ ਵੀ ਤੁਹਾਨੂੰ ਸੰਤੁਸ਼ਟੀਜਨਕ ਉੱਤਰ ਨਹੀਂ ਮਿਲਦਾ। ਸੋ ਇਸੇ ਕਰਕੇ ਬੇਨਤੀ ਵਾਰ-ਵਾਰ ਕਰਨੀ ਬਣਦੀ ਆ ਕਿ ਆਪਣੀ ਤੇ ਆਪਣਿਆਂ ਦੀ ਜ਼ਿੰਦਗੀ ਦਾ ਖਿਆਲ ਰੱਖਣਾ ਚਾਹੀਦਾ। ਇਸ ਵਕਤ ਸਾਡੀ ਇੱਕ ਲਾਪਰਵਾਹੀ ਬਹੁਤ ਵੱਡੇ ਪੱਧਰ ਤੇ ਭਾਰੀ ਪੈਂਦੀ ਆ। ਇਹ ਕੋਈ ਪਹਿਲੀ ਖਬਰ ਨਹੀਂ ਆਈ ਜਿਹੜੀ ਕਿ ਦਿੱਲੀ ਦੇ ਹਸਪਤਾਲ ਦੇ ਵਿੱਚੋਂ ਆ। ਇਸ ਤੋਂ ਬਿਨਾਂ ਵੀ ਹੋਰ ਬਹੁਤ ਸਾਰੀਆਂ ਖਬਰਾਂ ਆਉਂਦੀਆਂ। ਆਪਾਂ ਜਾਣਦੇ ਕਿ ਜਦੋਂ ਪਿਛਲੇ ਸਾਲ ਕਰੋਨਾ ਦਾ ਸਿਖਰ ਹੋਇਆ ਉਸ ਵਕਤ ਲੈਬੋਰਟਰੀਆਂ ਦੇ ਵੱਲੋਂ ਕਿਵੇਂ ਲੁੱਟ ਮਚਾਈ ਗਈ ਹੈ। ਅੰਮ੍ਰਿਤਸਰ ਦੀ ਤੁੱਲੀ ਲੈਬੋਰਟਰੀ ਦੇ ਵੱਲੋਂ ਜਿਸ ਤਰੀਕੇ ਨਾਲ ਨੈਗੇਟਿਵ ਨੂੰ ਪੋਜ਼ਿਟਿਵ ਤੇ ਪੋਜ਼ਿਟਿਵ ਨੂੰ ਨੈਗੇਟਿਵ ਕਰਕੇ ਲੁੱਟ ਮਚਾਈ ਗਈ, ਉਹਦੇ ਬਾਬਤ ਵੀ ਬੜੀਆਂ ਵੱਡੀਆਂ ਖਬਰਾਂ ਆਈਆਂ। ਆਪਾਂ ਇਹ ਵੀ ਜਾਣਦੇ ਕਿ ਪੰਜਾਬ ਦੇ ਵਿੱਚ ਕਈ ਲੈਬੋਰਟਰੀਆਂ ਇਹੋ ਜਿਹੀਆਂ ਜਿਨ੍ਹਾਂ ਦੇ ਬਾਬਤ ਸ਼ਾਇਦ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਪਤਾ ਹੋਵੇ, ਪਰ ਸਾਰਾ ਕੁਝ ਉਹਨਾਂ ਦੇ ਨੱਕ ਥੱਲੇ ਚੱਲਦਾ ਤੇ ਮਹੀਨੇ ਬੰਨੇ ਹੋਏ ਤੇ ਹਫ਼ਤੇ ਬੰਨੇ ਹੋਏ ਉੱਤੇ ਤੱਕ, ਇਸ ਕਰਕੇ ਉਹਨਾਂ ਨੂੰ ਰੋਕਣ ਤੇ ਟੋਕਣ ਵਾਲਾ ਕੋਈ ਵੀ ਨਹੀਂ। ਉਹਨਾਂ ਦੇ ਵੱਲੋਂ ਹਸਪਤਾਲਾਂ ਦੇ ਨਾਲ ਗਿੱਟਮਿਟ ਕੀਤੀ ਗਈ ਹੈ, ਕਮਿਸ਼ਨ ਬੇਸ ਦੇ ਉੱਤੇ ਕੰਮ ਚੱਲਦਾ। ਉਹ ਇਹ ਕਹਿੰਦੇ ਆ ਕਰੋਨਾ ਪੋਜ਼ਿਟਿਵ ਨੂੰ ਕਿ ਫਲਾਣੇ ਹਸਪਤਾਲ 'ਚ ਚਲੇ ਜਾਓ, ਇਲਾਜ ਬਹੁਤ ਚੰਗਾ ਹੈਗਾ, ਤੇ ਨਾਲ ਦੀ ਨਾਲ 20% ਉਹਨਾਂ ਨੂੰ ਕਮਿਸ਼ਨ ਆ ਜਿਹੜਾ ਹਸਪਤਾਲ ਦੇ ਵੱਲੋਂ ਦੇਣਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਮਰੀਜ਼ ਦੇ ਪਰਿਵਾਰਕ ਜੀਆਂ ਦੀ ਲੁੱਟ ਆ ਜਿਹੜੀ ਉਹ ਨਾਲ ਦੀ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਹਨਾਂ ਨੇ ਹਸਪਤਾਲ ਦੇ ਵਿੱਚ ਪੈਰ ਧਰ ਲਿਆ। ਸੋ ਇਸ ਕਰਕੇ ਹਸਪਤਾਲਾਂ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਉਸ ਵਕਤ ਮਨ ਦੇ ਵਿੱਚ ਇੱਕ ਡਰ ਰਹਿੰਦਾ ਕਿ ਪਤਾ ਨਹੀਂ ਇਹਨਾਂ ਨੇ ਕਿੰਨੀਆਂ ਕੁ ਪੰਡਾਂ ਸਾਡੀਆਂ ਨੋਟਾਂ ਦੀਆਂ ਲਵਾ ਦੇਣੀਆਂ, ਪਤਾ ਨਹੀਂ ਸਾਡਾ ਜੀ ਇੱਥੋਂ ਬਚ ਕੇ ਬਾਹਰ ਨਿਕਲਣਾ ਵੀ ਕਿ ਨਹੀਂ। ਹੁਣ ਤਾਂ ਇਉਂ ਲੱਗਦਾ ਕਿ ਜਿਹੜਾ ਕਰੋਨਾ ਪੀੜਤ ਹੋ ਗਿਆ ਉਹ ਬਸ ਸਾਡੇ ਹੱਥਾਂ ਦੇ ਵਿੱਚੋਂ ਕਿਰ ਗਿਆ। ਹਾਲਾਂਕਿ ਅਸੀਂ ਚਾਹੁੰਦੇ ਆ ਕਿ ਸਾਰੇ ਲੋਕ ਤੰਦਰੁਸਤ ਰਹਿਣ, ਪਰ ਅਸੀਂ ਇਹ ਵੀ ਨਹੀਂ ਗੱਲ ਕਹਿੰਦੇ ਵੀ ਸਾਰੇ ਹਸਪਤਾਲ ਗਲਤ ਕੰਮ ਕਰਦੇ ਆ। ਜਿਹੜੇ ਕੁਝ ਹਸਪਤਾਲ ਗਲਤ ਤਰੀਕੇ ਦੇ ਨਾਲ ਨੋਟ ਇਕੱਠੇ ਕਰਨ ਦੇ ਵਿੱਚ ਲੱਗੇ ਹੋਏ ਆ, ਉਹਨਾਂ ਦੇ ਪ੍ਰਬੰਧਕਾਂ ਦੇ ਵਿੱਚ, ਉਹਨਾਂ ਦੇ ਮੁਖੀਆਂ ਦੇ ਵਿੱਚ ਸ਼ਾਇਦ ਇਨਸਾਨੀਅਤ ਨਾਂ ਦੀ ਚੀਜ਼ ਹੀ ਕੋਈ ਨਹੀਂ। ਜਿਸ ਤਰੀਕੇ ਦੇ ਨਾਲ ਹੁਣ ਦਿੱਲੀ ਦੇ ਹਸਪਤਾਲ ਦੇ ਉੱਤੇ ਦੋਸ਼ ਲੱਗੇ ਆ ਕਿ ਇੱਥੋਂ ਦੇ ਕਰਮਚਾਰੀਆਂ ਨੇ ਮ੍ਰਿਤਕ ਔਰਤ ਦੀਆਂ ਵਾਲੀਆਂ ਲਾ ਲਈਆਂ, ਤੇ ਮੈਨੂੰ ਸੋਚ ਕੇ ਵੀ ਹੈਰਾਨੀ ਹੁੰਦੀ ਹੈ। ਇਉਂ ਲੱਗਦਾ ਵੀ ਸੱਚੀ ਮੁੱਚੀ ਕਿਰਦਾਰ ਖਤਮ ਹੋ ਗਏ ਲੋਕਾਂ ਦੇ। ਇਉਂ ਲੱਗਦਾ ਵੀ ਭਾਈ ਸਾਡੇ ਵਿੱਚੋਂ ਇਨਸਾਨੀਅਤ ਮਰਬੀ ਹੋ ਗਈ ਹੈ। ਇਉਂ ਲੱਗਦਾ ਵੀ ਅਸੀਂ ਸਿਰਫ ਤੇ ਸਿਰਫ ਰੋਬਟ ਤੁਰੇ ਫਿਰਦੇ ਹਾਂ। ਸਾਡੇ ਵਿੱਚ ਸੰਵੇਦਨਸ਼ੀਲਤਾ, ਸਾਡੇ ਵਿੱਚ ਨਿਮਰਤਾ, ਸਾਡੇ ਵਿੱਚ ਹਲੀਮੀ, ਸਾਡੇ ਵਿੱਚ ਸਬਰ, ਸਾਡੇ ਅੰਦਰ ਹਮਦਰਦੀ ਨਾਂ ਦੀ ਕੋਈ ਚੀਜ਼ ਬਾਕੀ ਨਹੀਂ ਰਹੀ। ਜਿੱਧਰੋਂ ਹੱਥ ਪੈਂਦਾ ਹਰ ਕੋਈ ਲੁੱਟ ਖੋਹ ਕਰਨ ਦੀ ਤਿਆਰੀ ਦੇ ਵਿੱਚ ਹੈ। ਇਸ ਕਰਕੇ ਜਿਹੜੇ ਵੀ ਲੋਕ ਇੱਕ ਦੂਜੇ ਦੀ ਮਦਦ ਕਰ ਸਕਦੇ ਇਸ ਘੜੀ ਦੇ ਵਿੱਚ, ਉਹ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਤੇ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਵੀ ਚਾਹੀਦਾ ਕਿ ਉਹ ਰੱਬ ਨੂੰ ਚੇਤੇ ਰੱਖਣ, ਤੇ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਵੀ ਚਾਹੀਦਾ ਕਿ ਕੁਦਰਤ ਨੂੰ ਚੇਤੇ ਰੱਖਣ। ਬਹੁਤ ਬਲਵਾਨ ਆ ਕੁਦਰਤ, ਕਿਸੇ ਵੀ ਵੇਲੇ ਕੁਝ ਤੋਂ ਕੁਝ ਹੋ ਸਕਦਾ, ਪਰ ਸਰਕਾਰਾਂ ਨੂੰ ਵੀ ਇਹ ਚਾਹੀਦਾ
ਵੀ ਕੁਝ ਨਾ ਕੁਝ ਇਸ ਮਾਮਲੇ ਦੇ ਉੱਤੇ ਸੋਚਿਆ ਜਾਵੇ ਵੀ ਕਿਵੇਂ ਲੁੱਟ ਮਚਾਈ ਜਾ ਰਹੀ ਹੈ। ਲੰਘੇ ਕੱਲ੍ਹ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਤੇ ਇਹ ਗੱਲ ਕਹੀ ਗਈ ਹੈ ਕਿ ਆਕਸੀਜਨ ਦੀ ਜਮ੍ਹਾਂਖੋਰੀ ਕਰਨ ਵਾਲੇ ਲੋਕ ਆ ਜਿਹੜੇ ਉਹਨਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ। ਪਰ ਜਿਹੜੇ ਲੋਕਾਂ ਨੇ ਮੂੰਹ ਨੂੰ ਖੂਨ ਲੱਗ ਚੁੱਕਿਆ, ਜਿਹੜੇ ਕਿ ਲਾਸ਼ਾਂ ਦੇ ਉੱਤੇ ਇਸ ਵਕਤ ਰੋਟੀਆਂ ਸੇਕ ਰਹੇ ਆ, ਉਹਨਾਂ ਨੂੰ ਇਹਨਾਂ ਘੁਰਕੀਆਂ ਦੇ ਨਾਲ ਕਿੰਨਾ ਕੁ ਫਰਕ ਪੈਣ ਲੱਗਾ, ਇਹਦੇ ਬਾਬਤ ਆਪਾਂ ਜਾਣਦੇ ਹਾਂ। ਕਿਸਾਨ ਆਪਣੀ ਥਾਂ ਦੇ ਉੱਤੇ ਡਟੇ ਹੋਏ ਆ ਤੇ ਕੇਂਦਰ ਦੀ ਸਰਕਾਰ ਦੇ ਵੱਲੋਂ ਕੋਸ਼ਿਸ਼ਾਂ ਕਿ ਕਿਸਾਨ ਤਿੱਤਰ ਕਰ ਦਿੱਤੇ ਜਾਣ। ਇਸ ਵਕਤ ਪੰਜਾਬ ਦੇ ਮਾਲਵਾ ਖਿੱਤੇ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਫਲੇ ਜਿਹੜੇ ਉਹ ਟਿੱਕਰੀ ਤੇ ਸਿੰਘੂ ਬਾਰਡਰ ਦੇ ਉੱਤੇ ਹੋਰ ਪਹੁੰਚ ਗਏ ਆ, ਕਿਉਂਕਿ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਜੇਕਰ ਇਹ ਆਪਰੇਸ਼ਨ ਕਲੀਨ ਬਾਰੇ ਸੋਚਦੇ ਆ ਤਾਂ ਆਪਰੇਸ਼ਨ ਪਾਵਰ ਸਾਡੇ ਅੰਦਰ ਵੀ ਬਹੁਤ ਆ। ਅਸੀਂ ਵੀ ਫਿਰ ਇਹਨਾਂ ਨੂੰ ਦੱਸਾਂਗੇ ਵੀ ਭਾਈ ਕਿੰਨੇ ਕੁ ਜੋਸ਼ ਵਾਲੇ ਆ ਤੇ ਕਿੰਨੇ ਕੁ ਜਨੂਨ ਵਾਲੇ ਤੇ ਕਿੰਨੇ ਕੁ ਦ੍ਰਿੜ ਇਰਾਦੇ ਵਾਲੇ ਆ ਤੇ ਸਾਡੇ ਅੰਦਰ ਉਤਸ਼ਾਹ ਕਿਵੇਂ ਠਾਠਾ ਮਾਰਦਾ। ਉਸ ਤੋਂ ਅਗਲੀ ਗੱਲ ਇਹ ਆ ਵੀ ਲੰਘੇ ਕੱਲ੍ਹ ਅਨਿਲ ਵਿਜ ਦੇ ਵੱਲੋਂ ਜਿਹੜੇ ਕਿ ਹਰਿਆਣੇ ਦੇ ਸਿਹਤ ਵਿਭਾਗ ਦੇ ਮੰਤਰੀ ਆ, ਉਹਨਾਂ ਦੇ ਵੱਲੋਂ ਗੱਲ ਕਹੀ ਗਈ ਆ ਕਿ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ ਆਪਣੇ ਸਿਹਤ ਅਧਿਕਾਰੀ ਭੇਜਾਂਗੇ, ਕਿਉਂਕਿ ਇਸ ਵਕਤ ਕਿਸਾਨਾਂ ਦੇ ਕਰੋਨਾ ਦੇ ਟੀਕੇ ਲੱਗਣੇ ਵੀ ਜ਼ਰੂਰੀ ਹੈ ਤੇ ਇਹਨਾਂ ਦੇ ਟੈਸਟ ਕਰਨੇ ਵੀ ਬਹੁਤ ਜ਼ਰੂਰੀ ਹੈ। ਪਰ ਕਿਸਾਨਾਂ ਦੇ ਅੰਦਰ 100 ਕਿਸਮ ਦੇ ਤੌਖਲੇ ਆ, ਉਹਨਾਂ ਨੂੰ 100 ਕਿਸਮ ਦਾ ਡਰ ਆ। ਉਹਨਾਂ ਨੂੰ ਇਹ ਡਰ ਆ ਕਿ ਕੇਂਦਰ ਦੀ ਸਰਕਾਰ ਕਿਤੇ ਸਾਜ਼ਿਸ਼ ਨਾ ਰਚੇ ਤੇ ਸੰਭਵ ਵੀ ਇਹ ਗੱਲ, ਕਿਉਂਕਿ ਕਿਸਾਨ ਆਗੂਆਂ ਨੇ ਕਿਹਾ ਵੀ ਹੁਣ ਤੱਕ ਕਿਹੜਾ ਸਾਡੇ ਖਿਲਾਫ ਕੋਈ ਸਾਜ਼ਿਸ਼ ਨਹੀਂ ਰਚੀ ਗਈ। ਕਿਸਾਨ ਆਗੂਆਂ ਨੇ ਲੰਘੇ ਕੱਲੇ ਕਹੀ ਇਹ ਗੱਲ ਕਿ ਜੇਕਰ ਇਹਨਾਂ ਦੇ ਵੱਲੋਂ ਮੰਨ ਲਓ 10,000 ਕਿਸਾਨ ਦਾ ਟੈਸਟ ਕੀਤਾ ਜਾਵੇ, ਮੰਨ ਲਓ ਮੋਟਾ ਇੱਕ ਹਿਸਾਬ ਆ ਕਿ ਜੇ 10,000 ਦਾ ਟੈਸਟ ਕੀਤਾ ਗਿਆ, ਇਹਨਾਂ ਦਾ ਕੀ ਪਤਾ ਵਿੱਚੋਂ ਕਹਿ ਰਹੇ 3,000 4,000 5,000 ਤਾਂ ਭਾਈ ਕਰੋਨਾ ਪੋਜ਼ਿਟਿਵ ਆ, ਉਹਨਾਂ ਨੂੰ ਕਹਿਣ ਵੀ ਚੱਕ ਕੇ ਹਸਪਤਾਲ ਲਿਜਾਣਾ ਪੈਣਾ ਤੇ ਜਿਹੜੇ ਬਾਕੀ ਉੱਥੇ ਬੈਠੇ ਉਹਨਾਂ ਨੂੰ ਕਹਿਣ ਜੀ ਤੁਹਾਨੂੰ ਆਈਸੋਲੇਸ਼ਨ ਦੇ ਵਿੱਚ ਜਾਣਾ ਪੈਣਾ। ਤੇ ਇਹਨਾਂ ਦੇ ਵੱਲੋਂ ਸਾਡੇ ਅੰਦੋਲਨ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਸਕਦੀਆਂ। ਇਸ ਕਰਕੇ ਭਾਈ ਅਸੀਂ ਤਾਂ ਕਰੋਨਾ ਟੈਸਟ ਕਰਵਾਵਾਂਗੇ ਨਹੀਂ। ਲੰਘੇ ਕੱਲ੍ਹ ਸੋਨੀਪਤ ਦੇ ਇੱਕ ਰੈਸਟ ਹਾਊਸ ਦੇ ਵਿੱਚ ਕਿਸਾਨ ਨੇਤਾਵਾਂ ਦੇ ਨਾਲ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਹੋਈ ਹੈ। ਇਸ ਮੀਟਿੰਗ ਦੇ ਵਿੱਚ ਡਾਕਟਰ ਦਰਸ਼ਨਪਾਲ ਹੋਰੀ ਵੀ ਸੀ, ਗੁਰਨਾਮ ਸਿੰਘ ਚੜੂਨੀ ਹੋਰੀ ਵੀ ਸੀ। ਇੱਥੇ ਗੁਰਨਾਮ ਸਿੰਘ ਚੜੂਨੀ ਤੇ ਡਾਕਟਰ ਦਰਸ਼ਨਪਾਲ ਨੇ ਦੋ ਟੁਕ ਗੱਲ ਕਹਿ ਦਿੱਤੀ ਹੈ ਕਿ ਨਾ ਤਾਂ ਅਸੀਂ ਟੈਸਟ ਕਰਵਾਏ ਆ, ਨਾ ਅਸੀਂ ਟੈਸਟ ਕਰਵਾਉਣੇ ਆ। ਜੇ ਕੋਈ ਕਿਸਾਨ ਮੰਨ ਲਓ ਆਪਣੇ ਪਿੰਡ ਨਗਰ ਖੇੜੇ ਵੱਲ ਗਿਆ ਤੇ ਉੱਥੇ ਜਾ ਕੇ ਟੈਸਟ ਕਰਵਾਉਣਾ ਚਾਹਵੇ ਤਾਂ ਇਹ ਉਹਦੀ ਇੱਛਾ ਦੇ ਉੱਤੇ ਨਿਰਭਰ ਕਰਦੀ ਗੱਲ ਹੈ। ਪਰ ਜੇਕਰ ਇੱਥੇ ਆ ਕੇ ਸਿਹਤ ਮਹਿਕਮਾ ਕੋਸ਼ਿਸ਼ ਕਰੂਗਾ ਕਿ ਅਸੀਂ ਧੱਕੇ ਨਾਲ ਟੈਸਟ ਕਰਦੇ ਆ, ਅਸੀਂ ਨੈਗੇਟਿਵ ਨੂੰ ਪੋਜ਼ਿਟਿਵ ਬਣਾਉਣੇ ਆ, ਤਾਂ ਫਿਰ ਅਸੀਂ ਅੰਦੋਲਨ ਦੇ ਵਿੱਚ ਸਿਹਤ ਵਿਭਾਗ ਦੇ ਅਧਿਕਾਰੀ ਵੀ ਨਹੀਂ ਵੜਨ ਦੇਣੇ। ਹਾਂ, ਜੇ ਕਿਸੇ ਕਿਸਾਨ ਦੀ ਮਰਜ਼ੀ ਹੈ, ਉਹਦੀ ਦਿਲੀ ਇੱਛਾ ਹੈ, ਉਹ ਕਰੋਨਾ ਵੈਕਸੀਨ ਲੈ ਸਕਦਾ, ਇਹਦੇ ਉੱਤੇ ਅਸੀਂ ਪਾਬੰਦੀ ਕੋਈ ਨਹੀਂ ਲਾਉਂਦੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਲੰਘੇ ਕੱਲ੍ਹ ਕੀ ਕੁਝ ਹੋਇਆ, ਕਿਉਂਕਿ ਪਟਿਆਲੇ ਦੇ ਵਿੱਚ ਬੀਜੇਪੀ ਦੇ ਨੇਤਾਵਾਂ ਨੂੰ ਕਿਸਾਨਾਂ ਦੇ ਵੱਲੋਂ ਦੌੜਾਇਆ ਵੀ ਗਿਆ ਤੇ ਭੱਜ ਕੇ ਬੜੀ ਮੁਸ਼ਕਲ ਦੇ ਨਾਲ ਬੀਜੇਪੀ ਦੇ ਨੇਤਾ ਆਪਣੀਆਂ ਕਾਰਾਂ ਦੇ ਵਿੱਚ ਬੈਠ ਕੇ ਤਿੱਤਰ ਹੋਏ ਆ, ਕਿਉਂਕਿ ਉਹ ਆਏ ਸੀ ਇੱਕ ਧਾਰਮਿਕ ਥਾਂ ਦੇ ਉੱਤੇ। ਤੇ ਉਸ ਤੋਂ ਬਾਅਦ ਗੱਲ ਕਰਾਂਗੇ ਜੀ ਕਿ ਕਿਸ ਤਰੀਕੇ ਦੇ ਨਾਲ ਭਰਤਿੰਦਰ ਚਾਲ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਆ, ਉਹਨਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੰਘੇ ਕੱਲ੍ਹ ਪਟਿਆਲੇ ਦੇ ਵਿੱਚ ਬੀਜੇਪੀ ਦੇ ਨੇਤਾ ਹਰਜੀਤ ਸਿੰਘ ਗਰੇਵਾਲ ਤੇ ਗੁਰਤੇਜ ਸਿੰਘ ਢਿੱਲੋਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਹਰਜੀਤ ਗਰੇਵਾਲ ਨੂੰ ਤਾਂ ਧਾਰਮਿਕ ਥਾਂ ਦੇ ਪਿਛਲੇ ਦਰਵਾਜ਼ੇ ਥਾਣੀ ਬਾਹਰ ਕੱਢ ਦਿੱਤਾ ਗਿਆ, ਪਰ ਗੁਰਤੇਜ ਢਿੱਲੋਂ ਇੰਨੇ ਕਸੂਤੇ ਘਿਰ ਗਏ ਕਿ ਉਹਨਾਂ ਨੂੰ ਭੱਜ ਕੇ ਆਪਣੀ ਗੱਡੀ ਵਿੱਚ ਸਵਾਰ ਹੋਣ ਦੇ ਲਈ ਮਜਬੂਰ ਹੋਣਾ ਪਿਆ। ਕਿਸਾਨਾਂ ਨੇ ਇਸ ਮੌਕੇ ਦੇ ਉੱਤੇ ਬੀਜੇਪੀ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਦਰਅਸਲ ਕਿਸਾਨਾਂ ਨੂੰ ਸੂਹ ਮਿਲੀ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਹਰਜੀਤ ਗਰੇਵਾਲ ਪਟਿਆਲੇ 'ਚ ਮੀਟਿੰਗ ਕਰਨ ਪਹੁੰਚ ਰਹੇ ਨੇ। ਇਸ ਦੇ ਚੱਲਦਿਆਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਉੱਥੇ ਪਹੁੰਚ ਗਏ ਤੇ ਹਰਜੀਤ ਗਰੇਵਾਲ ਮੀਟਿੰਗ ਵਾਲੇ ਸਥਾਨ ਦੇ ਉੱਤੇ ਨਹੀਂ ਪਹੁੰਚੇ। ਦੂਜੇ ਪਾਸੇ ਬੀਜੇਪੀ ਦੇ ਸਥਾਨਕ ਨੇਤਾਵਾਂ ਦੇ ਵੱਲੋਂ ਮੀਟਿੰਗ ਜਾਰੀ ਰੱਖੀ ਗਈ। ਇਸ ਤੋਂ ਕਿਸਾਨਾਂ ਦਾ ਗੁੱਸਾ ਇੰਨਾ ਭੜਕ ਗਿਆ ਕਿ ਉਹਨਾਂ ਨੇ ਬੀਜੇਪੀ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਸ ਵੇਲੇ ਹਾਲਾਤ ਤਣਾਅਪੂਰਨ ਹੋ ਗਏ ਜਦੋਂ ਮੀਟਿੰਗ ਦੇ ਵਿੱਚ ਬੀਜੇਪੀ ਦੇ ਕੁਝ ਵਰਕਰਾਂ ਦੇ ਵੱਲੋਂ ਅੱਗੇ ਮੋਦੀ ਜ਼ਿੰਦਾਬਾਦ ਤੇ ਕਿਸਾਨ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਗਏ। ਇਸ ਦੌਰਾਨ ਕਿਸਾਨ ਕਾਰਕੁਨ ਤੇ ਲੀਡਰ ਵੀ ਭੜਕ ਉੱਠੇ ਤੇ ਜ਼ੋਰਦਾਰ ਨਾਅਰੇ ਮੋੜਵੇਂ ਰੂਪ ਦੇ ਵਿੱਚ ਲੱਗੇ। ਪੁਲਿਸ ਨੇ ਬੜੀ ਮੁਸ਼ੱਕਤ ਦੇ ਨਾਲ ਮਾਹੌਲ ਨੂੰ ਠੰਡਾ ਕੀਤਾ। ਕਿਸਾਨ ਇੰਨੇ ਗੁੱਸੇ ਦੇ ਵਿੱਚ ਸਨ ਕਿ ਬੀਜੇਪੀ ਨੇਤਾ ਗੁਰਤੇਜ ਢਿੱਲੋਂ ਨੇ ਭੱਜ ਕੇ ਆਪਣੀ ਜਾਨ ਬਚਾਈ। ਉਹ ਦੌੜ ਕੇ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਉੱਥੋਂ ਚਲੇ ਗਏ। ਇਸੇ ਤਰੀਕੇ ਦੇ ਨਾਲ ਇੱਕ ਹੋਰ ਵਿਰੋਧ ਦੀ ਖਬਰ ਸਾਹਮਣੇ ਆਈ ਹੈ, ਕਿਉਂਕਿ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਦਾ ਰੋਹ ਵੱਧਦਾ ਜਾ ਰਿਹਾ। ਵੀਰਵਾਰ ਨੂੰ ਸਰਹਿੰਦ ਪਟਿਆਲਾ ਰੋਡ ਦੇ ਉੱਤੇ ਪਿੰਡ ਰੁੜਕੀ ਦੇ ਕੋਲ ਧਰਨੇ ਤੇ ਬੈਠੇ ਕਿਸਾਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਭਰਤਇੰਦਰ ਸਿੰਘ ਚਾਹਲ ਦੀ ਗੱਡੀ ਘੇਰ ਲਈ ਤੇ ਇਸ ਦੇ ਨਾਲ ਹੀ ਕਿਸਾਨਾਂ ਨੇ ਚਾਹਲ ਨੂੰ ਖੂਬ ਖਰੀਆਂ ਖੋਟੀਆਂ ਵੀ ਸੁਣਾਈਆਂ। ਦੱਸਣਾ ਬਣਦਾ ਹੈ ਕਿ ਬਾਰਦਾਨੇ ਦੀ ਘਾਟ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਕਿਸਾਨਾਂ ਨੇ ਪਿੰਡ ਰੁੜਕੀ ਦੇ ਕੋਲ ਧਰਨਾ ਲਾਇਆ ਹੋਇਆ ਤੇ ਭਰਤਿੰਦਰ ਚਾਹਲ ਉੱਥੇ ਆਪਣੀਆਂ ਗੱਡੀਆਂ
ਗੱਡੀਆਂ ਦੇ ਕਾਫਲੇ ਸਮੇਤ ਜਾ ਰਹੇ ਸਨ ਤੇ ਕਿਸਾਨਾਂ ਨੇ ਉਹਨਾਂ ਨੂੰ ਘੇਰਾ ਪਾ ਕੇ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪਹਿਲਾਂ ਤਾਂ 4 ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਗੱਡੀ ਵਿੱਚੋਂ ਬਾਹਰ ਨਹੀਂ ਨਿਕਲੇ ਤੇ ਸ਼ੀਸ਼ਾ ਵੀ ਨਹੀਂ ਖੋਲ੍ਹਿਆ, ਪਰ ਜਦੋਂ ਪੁਲਿਸ ਫੋਰਸ ਮੌਕੇ ਤੇ ਆਈ ਤਾਂ ਉਹਨਾਂ ਨੇ ਗੱਡੀ ਵਿੱਚੋਂ ਉਤਰ ਕੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨਾਂ ਨੇ ਕਿਹਾ ਕਿ ਬਾਰਦਾਨਾ ਨਾ ਆਉਣ ਤੱਕ ਉਹ ਚਾਲ ਨੂੰ ਜਾਣ ਨਹੀਂ ਰਹਿਣਗੇ। ਇਸ ਦੌਰਾਨ ਕਿਸਾਨ ਆਗੂ ਹਰਨੇਕ ਸਿੰਘ ਭੱਲ ਮਾਜਰਾ ਨੇ ਕਿਹਾ ਕਿ ਮੰਡੀਆਂ 'ਚ ਬਾਰਦਾਨਾ ਨਾ ਹੋਣ ਕਰਕੇ ਬੁਰਾ ਹਾਲ ਹੈ, ਇਸ ਕਰਕੇ ਉਹਨਾਂ ਨੇ ਧਰਨਾ ਲਾਇਆ ਹੋਇਆ। ਜਦੋਂ ਤੱਕ ਬਾਰਦਾਨਾ ਨਹੀਂ ਆਉਂਦਾ ਉਨੀ ਦੇਰ ਤੱਕ ਅਸੀਂ ਚਾਲ ਨੂੰ ਇੱਥੋਂ ਜਾਣ ਨਹੀਂ ਦੇਵਾਂਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਬੀਜੇਪੀ ਦੇ ਨੇਤਾਵਾਂ ਦਾ ਵਿਰੋਧ ਸਿਖਰ ਦੇ ਉੱਤੇ ਹੈ। ਹਰਿਆਣੇ ਦੇ ਵਿੱਚ ਪੰਜਾਬ ਤੋਂ ਵੀ ਵੱਧ ਵਿਰੋਧ ਆ ਤੇ ਇਸ ਵਕਤ ਪੰਜਾਬ ਦੇ ਵਿੱਚ ਵੀ ਵਿਰੋਧ ਲਗਾਤਾਰ ਕਦੇ ਘੱਟ ਤੇ ਕਦੇ ਵੱਧ ਬੀਜੇਪੀ ਦੇ ਵੱਖ-ਵੱਖ ਨੇਤਾਵਾਂ ਦਾ ਹੋਇਆ। ਹਰਜੀਤ ਗਰੇਵਾਲ ਦਾ ਪੰਜਾਬ ਦੇ ਵਿੱਚ ਸਭ ਤੋਂ ਵੱਧ ਵਿਰੋਧ ਹੋ ਰਿਹਾ। ਉਹਦੇ ਪਿੱਛੇ ਕਾਰਨ ਇਹ ਆ ਕਿ ਗਰੇਵਾਲ ਹੋਰੀ ਸਮੇਂ-ਸਮੇਂ ਦੇ ਉੱਤੇ ਤੱਤੇ ਭਾਰੇ ਬਿਆਨ ਕਿਸਾਨਾਂ ਦੇ ਉਲਟ ਦਿੰਦੇ ਆ, ਜਿਹਦੇ ਕਰਕੇ ਕਿਸਾਨ ਇਹ ਮਹਿਸੂਸ ਕਰਦੇ ਆ ਤੇ ਮਹਿਸੂਸ ਕਰਨਾ ਕੁਦਰਤੀ ਵੀ ਹੈ ਕਿ ਸਾਡੇ ਜ਼ਖਮਾਂ ਦੇ ਉੱਤੇ ਮੱਲਮ ਲਾਉਣ ਦੀ ਥਾਂ ਦੇ ਉੱਤੇ ਜਿਸ ਤਰੀਕੇ ਨਾਲ ਤਿੱਖੇ ਵਾਰ ਕੀਤੇ ਜਾਂਦੇ ਆ, ਪੱਛ ਲਾਏ ਜਾਂਦੇ ਆ, ਉਹਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਤੇ ਹਰਜੀਤ ਗਰੇਵਾਲ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਫਿਰ ਪੁਰਾਣੀਆਂ ਗੱਲਾਂ ਕਰਦੇ ਆ ਕਿ ਇਹ ਤਾਂ ਜੀ ਮਾਓਵਾਦੀ ਹਨ, ਇਹ ਤਾਂ ਜੀ ਖਾਲਿਸਤਾਨੀ ਹਨ, ਇਹ ਤਾਂ ਜੀ ਨਕਸਲੀ ਬੈਠੇ ਹਨ, ਇਹ ਕੋਈ ਕਿਸਾਨ ਨਹੀਂ ਹਨ, ਇਹਨਾਂ ਦੇ ਉੱਤੇ ਤਾਂ ਸਖਤੀ ਵਰਤਣੀ ਚਾਹੀਦੀ ਆ। ਉਹ ਕਹਿੰਦੇ ਮਨੋਹਰ ਲਾਲ ਖੱਟੜ ਹੋਰਾਂ ਨੂੰ, ਕਿਉਂਕਿ ਇਹ ਕੋਈ ਹਮਦਰਦੀ ਦੇ ਲਾਇਕ ਲੋਕ ਨਹੀਂ ਹੈਗੇ। ਜਦੋਂ ਇਹੋ ਜਿਹੇ ਸ਼ਬਦ ਉਹ ਸਮੇਂ-ਸਮੇਂ ਤੇ ਵੱਖ-ਵੱਖ ਇੰਟਰਵਿਊਆਂ ਦੇ ਵਿੱਚ ਵਰਤਣਗੇ ਤਾਂ ਫਿਰ ਵਿਰੋਧ ਉਵੇਂ ਹੀ ਹੋਣਾ ਉਹਨਾਂ ਦਾ ਕੁਦਰਤੀ ਹੈ, ਜਿਵੇਂ ਕਿ ਲੰਘੇ ਕੁਝ ਕੁ ਸਮੇਂ ਦੇ ਵਿੱਚ ਹੋ ਰਿਹਾ। ਗੁਰਤੇਜ ਢਿੱਲੋਂ ਹੋਰਾਂ ਦੀ ਵੀਡੀਓ ਅਸੀਂ ਕੱਲ੍ਹ ਦੇਖੀ, ਉਹਨਾਂ ਨੇ ਭੱਜ ਕੇ ਆਪਣੀ ਗੱਡੀ ਦੇ ਵਿੱਚ ਬੈਠ ਕੇ ਤੇ ਆਪਣੀ ਜਾਨ ਬਚਾਈ ਹੈ। ਸੋ ਪੰਜਾਬ ਦੇ ਵਿੱਚ ਕਿਸਾਨ ਇਸ ਵਕਤ ਬੇਹੱਦ ਗੁੱਸੇ ਭਰੇ ਰੌਂ ਦੇ ਵਿੱਚ ਹੈ ਤੇ ਹਰਿਆਣੇ ਦੇ ਵਿੱਚ ਬੀਜੇਪੀ ਦੇ ਵੱਖ-ਵੱਖ ਨੇਤਾਵਾਂ ਦੇ ਖਿਲਾਫ ਪਿੰਡ-ਪਿੰਡ ਦੇ ਵਿੱਚ ਬੋਰਡ ਲੱਗੇ ਹੋਏ ਆ ਕਿ ਜੇਕਰ ਸਾਡੇ ਪਿੰਡ ਦੇ ਵਿੱਚ ਕੋਈ ਨੇਤਾ ਵੜ ਗਿਆ ਜਿਹਨੇ ਕਿ ਕਿਸਾਨਾਂ ਦੇ ਪੱਖ ਦੇ ਵਿੱਚ ਭੁਗਤਣ ਦੀ ਥਾਂ ਦੇ ਉੱਤੇ ਤੇ ਸਰਕਾਰ ਦੀ ਬੁੱਕਲ ਦੇ ਵਿੱਚ ਬਹਿਣਾ ਠੀਕ ਸਮਝਿਆ ਤਾਂ ਫਿਰ ਉਹ ਪੜ੍ਹਿਆ ਵਿਚਾਰ ਲਵੇ ਤੇ ਫਿਰ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਕੇਂਦਰ ਦੀ ਸਰਕਾਰ ਮੰਨੇ ਜਾਂ ਨਾ ਮੰਨੇ, ਅਸੀਂ ਚਾਹੁੰਦੇ ਹਾਂ ਕਿ ਉਹ ਮੰਨੇ, ਪਰ ਇਸ ਵਕਤ ਪੰਜਾਬ, ਹਰਿਆਣਾ ਤੇ ਕਈ ਹੋਰ ਸੂਬਿਆਂ ਦੇ ਵਿੱਚ ਬੀਜੇਪੀ ਦੇ ਨੇਤਾਵਾਂ ਨੂੰ ਕਿਸਾਨਾਂ ਨੇ ਤਾਰੇ ਦਿਖਾਏ ਹੋਏ ਆ। ਪਰ ਇਸ ਦੇ ਬਾਵਜੂਦ ਪੰਜਾਬ ਦੇ ਵਿੱਚ ਕਈ ਬੀਜੇਪੀ ਨੇਤਾ ਇਹ ਗੱਲ ਕਹਿੰਦੇ ਆ ਕਿ ਅਸੀਂ ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਵੀ ਹਾਸਲ ਕਰਾਂਗੇ, ਅਸੀਂ ਦਲਿਤ ਭਾਈਚਾਰੇ ਦਾ ਮੁੱਖ ਮੰਤਰੀ ਵੀ ਬਣਾਵਾਂਗੇ, ਆਉਂਦੇ ਸਮੇਂ ਦੇ ਵਿੱਚ ਸਾਰੀਆਂ ਸੀਟਾਂ ਸਾਡੇ ਕੋਲ ਹੋਣਗੀਆਂ ਤੇ ਸਰਕਾਰ ਸਾਡੀ ਬਣੂਗੀ। ਸੋ ਕਿਹਨੇ ਮੁੱਖ ਮੰਤਰੀ ਬਣਾਉਣਾ, ਕੀ ਬਣੂਗਾ, ਇਹ ਵਕਤ ਬਿਆਨ ਕਰੂਗਾ। ਪਰ ਇਸ ਵਕਤ ਇਉਂ ਪ੍ਰਤੀਤ ਹੁੰਦਾ ਕਿ ਦਲਿਤ ਭਾਈਚਾਰੇ ਦੇ ਉੱਤੇ ਡੋਰੇ ਪਾ ਕੇ ਇਹਨਾਂ ਦੇ ਵੱਲੋਂ ਵੰਡੀਆਂ ਪਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਲੋਕਾਂ ਦੇ ਅੰਦਰ ਦਲਿਤ ਭਾਈਚਾਰੇ ਦਾ ਦਿਲੀ ਸਨਮਾਨ ਹੋਣਾ ਚਾਹੀਦਾ, ਨਾ ਕਿ ਉਹਨਾਂ ਨੂੰ ਵੀ ਸਿਰਫ ਵੋਟਰ ਸਮਝਣਾ ਚਾਹੀਦਾ। ਲੰਘੇ ਕੱਲ੍ਹ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਦੀ ਸਰਕਾਰ ਨੂੰ ਝਾੜ ਪਾਈ ਗਈ ਆ। ਹੁਣ ਤੱਕ ਵੱਖ-ਵੱਖ ਸੂਬਿਆਂ ਦੀਆਂ ਹਾਈ ਕੋਰਟਾਂ ਦੇ ਵੱਲੋਂ, ਦਿੱਲੀ ਦੀ ਹਾਈ ਕੋਰਟ ਵੱਲੋਂ, ਇਲਾਹਾਬਾਦ ਹਾਈ ਕੋਰਟ ਦੇ ਵੱਲੋਂ, ਹੋਰ ਵੱਖ-ਵੱਖ ਹਾਈ ਕੋਰਟਾਂ ਤੋਂ ਬਾਅਦ ਸੁਪਰੀਮ ਕੋਰਟ ਨੇ ਕੇਂਦਰ ਦੀ ਸਰਕਾਰ ਨੂੰ ਸਵਾਲ ਕੀਤੇ ਆ ਕਿ ਤੁਸੀਂ ਨੈਸ਼ਨਲ ਤੌਰ ਦੇ ਉੱਤੇ, ਨੈਸ਼ਨਲ ਲੈਵਲ ਦੇ ਉੱਤੇ ਕਰੋਨਾ ਮਹਾਮਾਰੀ ਨਾਲ ਨਜਿੱਠਣ ਵਾਸਤੇ ਕੀਤਾ ਕੀ ਆ। ਵੈਸੇ ਤਾਂ ਲੋਕ ਜਾਣਦੇ ਆ ਵੀ ਆਪਾਂ ਥਾਲੀਆਂ ਖੜਕਾਈਆਂ, ਆਪਾਂ ਤਾੜੀਆਂ ਵਜਾਈਆਂ, ਚੀਕਾਂ ਕੂਕਾਂ ਮਾਰੀਆਂ, ਮੋਮਬੱਤੀਆਂ ਜਗਾਈਆਂ, ਅਸੀਂ ਗੋ ਕਰੋਨਾ ਗੋ ਆਖਿਆ, ਪਰ ਉਹ ਗਿਆ ਨਹੀਂ। ਉਹ ਫਿਰ ਦੁੱਗਣੇ ਰੂਪ ਦੇ ਵਿੱਚ, ਚੌਗਣੇ ਰੂਪ ਦੇ ਵਿੱਚ ਸਾਡੇ ਵੱਲ ਆ ਗਿਆ। ਤੇ ਹੁਣ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਸਵਾਲ ਕੀਤੇ ਆ, ਪਤਾ ਨਹੀਂ ਕੀ ਉੱਤਰ ਦੇਣਗੇ, ਪਰ ਸਵਾਲ ਕੀ ਆ ਪਹਿਲਾਂ ਇਹਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਭਾਰਤ ਦੇ ਵਿੱਚ ਕਰੋਨਾ ਦੀ ਮੌਜੂਦਾ ਸਥਿਤੀ ਦੇ ਉੱਤੇ ਨੋਟਿਸ ਭੇਜਿਆ। ਸੁਪਰੀਮ ਕੋਰਟ ਆਕਸੀਜਨ, ਜ਼ਰੂਰੀ ਦਵਾਈਆਂ ਦੀ ਸਪਲਾਈ ਤੇ ਟੀਕਾਕਰਨ ਦੇ ਤਰੀਕੇ ਨਾਲ ਜੁੜੇ ਮੁੱਦਿਆਂ ਤੇ ਰਾਸ਼ਟਰੀ ਨੀਤੀ ਦੀ ਮੰਗ ਕਰਦੀ ਹੈ। ਅਦਾਲਤ ਨੇ ਕਿਹਾ ਕਿ ਕੋਵਿਡ ਨਾਲ ਜੁੜੇ ਮੁੱਦਿਆਂ ਦੇ ਉੱਤੇ 6 ਵੱਖ-ਵੱਖ ਹਾਈ ਕੋਰਟਾਂ ਦੀ ਸੁਣਵਾਈ ਕਿਸੇ ਕਿਸਮ ਦਾ ਭਰਮ ਪੈਦਾ ਕਰ ਸਕਦੀ ਹੈ। ਸੁਪਰੀਮ ਕੋਰਟ ਨੇ ਕਰੋਨਾ ਪ੍ਰਬੰਧਨ ਦੇ ਉੱਤੇ ਨੋਟਿਸ ਦੇ ਮਾਮਲੇ 'ਚ ਉਸ ਦੀ ਮਦਦ ਲਈ ਸੀਨੀਅਰ ਵਕੀਲ ਹਰੀਸ਼ ਸਾਲਵੇ ਨੂੰ ਐਮਿਕਸ ਕਿਊਰੀ ਨਿਯੁਕਤ ਕੀਤਾ ਹੈ। ਅਦਾਲਤ ਹੁਣ ਇਸ ਮਾਮਲੇ ਦੇ ਉੱਤੇ ਸ਼ੁੱਕਰਵਾਰ ਸੁਣਵਾਈ ਕਰੇਗੀ, ਯਾਨੀ ਕਿ ਅੱਜ। ਅਦਾਲਤ ਨੇ ਕਿਹਾ ਕਿ ਉਹ ਕੋਵਿਡ-19 ਗਲੋਬਲ ਮਹਾਮਾਰੀ ਵਿਚਕਾਰ ਲੋਕਡਾਊਨ ਲਾਉਣ ਦਾ ਐਲਾਨ ਕਰਨ ਦੇ ਲਈ ਹਾਈ ਕੋਰਟ ਦੀ ਨਿਆਇਕ ਸ਼ਕਤੀ ਦੀ ਵੀ ਪੜਤਾਲ ਕਰੇਗੀ। ਭਾਰਤ ਦੇ ਵਿੱਚ 13 ਕਰੋੜ ਕਰੋਨਾ ਟੀਕੇ ਲਾਏ ਜਾਣ ਦੇ ਬਾਵਜੂਦ ਮਹਾਮਾਰੀ ਦਾ ਸੰਕਟ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਹਰ ਰੋਜ਼ ਕਰੋਨਾ ਦੇ ਨਵੇਂ ਰਿਕਾਰਡ ਸਾਹਮਣੇ ਆ ਰਹੇ ਨੇ। ਸਿਹਤ ਵਿਭਾਗ ਦੇ ਵੱਲੋਂ ਤਾਜ਼ਾ ਜਾਣਕਾਰੀ ਦੇ ਮੁਤਾਬਕ ਪਿਛਲੇ 24 ਘੰਟਿਆਂ ਦੇ ਵਿੱਚ 3,14,835 ਨਵੇਂ ਕੇਸ ਆਏ ਨੇ ਤੇ 2100 ਤੋਂ ਵੱਧ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਬੇਸ਼ੱਕ ਵੱਖ-ਵੱਖ ਸੂਬਿਆਂ ਦੀਆਂ ਹਾਈ ਕੋਰਟਾਂ ਤੇ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਦੀ ਸਰਕਾਰ ਨੂੰ ਝਾੜ ਵੀ ਪਾਈ ਜਾ ਰਹੀ ਹੈ ਤੇ ਤਿੱਖੇ ਸਵਾਲ ਵੀ ਕੀਤੇ ਜਾ ਰਹੇ ਆ, ਪਰ ਮਸਲਾ ਉੱਥੇ ਦਾ ਉੱਥੇ ਹੀ ਆ, ਮਸਲੇ ਦਾ ਹੱਲ ਨਿਕਲਦਾ ਦਿਸਦਾ ਨਹੀਂ। ਤੇ ਜਿਹੜੇ ਦੇਸ਼ ਦੇ ਵਿੱਚ ਆਪ ਹੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਤੋਂ ਲੈ ਕੇ ਬਾਕੀ ਸੀਨੀਅਰ ਨੇਤਾ ਵੱਖ-ਵੱਖ ਥਾਵਾਂ ਦੇ ਉੱਤੇ ਸੂਬੇ ਜਿੱਤਣ ਦੇ ਲਈ ਰੈਲੀਆਂ ਦੇ ਵਿੱਚ ਲੱਗੇ ਹੋਣ ਤੇ ਉੱਥੇ ਬਣਨਾ ਕੀ, ਅਸਲ ਦੇ ਵਿੱਚ ਤੰਦ ਨਹੀਂ, ਪੂਰੀ ਤਾਣੀ ਉਲਝੀ ਪਈ ਆ ਦੇਸ਼ ਦੇ ਵਿੱਚ। ਲੋਕ ਕਹਿੰਦੇ ਆ ਵੀ ਸਰਕਾਰਾਂ ਕਿਹੜਾ ਆਪ ਢਿੱਲ-ਮੱਠ ਵਰਤਦੀਆਂ, ਇਹ ਆਪ ਉਲੰਘਣਾ ਕਰਦੀਆਂ ਤੇ ਸਰਕਾਰਾਂ ਕਹਿ ਦਿੰਦੀਆਂ ਕਿ ਲੋਕ ਨਹੀਂ ਮੰਨਦੇਗੇ। ਸੋ ਇਸ ਕਰਕੇ ਇੱਕ ਦੂਜੇ ਦੇ ਉੱਤੇ ਅਸੀਂ ਸਾਰੀ ਗੱਲ ਸੁੱਟ ਕੇ
ਤੇ ਮਸਲੇ ਨੂੰ ਬਹੁਤ ਵੱਡਾ ਕਰ ਲਿਆ ਤੇ ਇਹਦੇ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ ਜਿਹੜਾ ਉਹ ਚੋਣ ਕਮਿਸ਼ਨ ਵੀ ਹੈ ਤੇ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਸਾਹਿਬ ਤੇ ਬਾਕੀ ਵੱਖ-ਵੱਖ ਪਾਰਟੀਆਂ ਦੇ ਉਹ ਆਗੂ ਜਿਨ੍ਹਾਂ ਨੇ ਰੈਲੀਆਂ ਰੱਜ ਕੇ ਕੀਤੀਆਂ ਉਹ ਸਾਰੇ ਵੀ ਬਰੀ ਨਹੀਂ ਕੀਤੇ ਜਾ ਸਕਦੇ ਇਸ ਮਾਮਲੇ ਦੇ ਵਿੱਚ। ਪਰ ਇੱਕ ਜਾਣਕਾਰੀ ਜਾਣੇ ਨੇ ਹੋਰ ਦੇਣੀ ਬਣਦੀ ਹੈ। ਪਿਛਲੇ ਦਿਨੀ ਆਪਾਂ ਜਾਣਦੇ ਹਾਂ ਕਿ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਉਣ ਦੇ ਲਈ ਭਾਰਤ ਦੇ ਵਿੱਚੋਂ ਇੱਕ ਜਥਾ ਜਿਹੜਾ ਉਹ ਸ਼੍ਰੋਮਣੀ ਕਮੇਟੀ ਦੀ ਅਗਵਾਈ ਦੇ ਵਿੱਚ ਪਾਕਿਸਤਾਨ ਗਿਆ, ਪਰ ਹੁਣ ਉਹਦੇ ਜਿਹੜੇ ਜਥੇ ਦੇ ਸ਼ਰਧਾਲੂ ਆ ਉਹ ਵਾਪਸ ਪਰਤੇ ਆ ਤੇ 100 ਤੋਂ ਵੱਧ ਸ਼ਰਧਾਲੂ ਉਹਨਾਂ ਦੇ ਵਿੱਚੋਂ ਕਰੋਨਾ ਪੋਜ਼ਿਟਿਵ ਨਿਕਲੇ ਆ, ਜਿਹਦੇ ਕਰਕੇ ਹਫੜਾ ਦਫੜੀ ਵੀ ਮੱਚੀ ਹੈ, ਜਿਹਦੇ ਕਰਕੇ ਬਹੁਤ ਸਹਿਮ ਵੀ ਪਸਰਿਆ। ਪਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹਨਾਂ ਸਾਰਿਆਂ ਨੂੰ ਆਈਸੋਲੇਸ਼ਨ ਦੇ ਵਿੱਚ ਰੱਖਿਆ ਗਿਆ ਤੇ ਉਹਨਾਂ ਦਾ ਅਸੀਂ ਇਲਾਜ ਵੀ ਕਰਵਾ ਰਹੇ ਹਾਂ ਤੇ ਉਹਨਾਂ ਨੇ ਸੂਬੇ ਦੀ ਸਰਕਾਰ ਦੇ ਉੱਤੇ ਸਵਾਲ ਕੀਤੇ ਆ ਕਿ ਅਟਾਰੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਪੀੜਤਾਂ ਨੂੰ ਤੇ ਤੰਦਰੁਸਤਾਂ ਨੂੰ ਇੱਕੋ ਬੱਸ ਦੇ ਵਿੱਚ ਕਿਹੜੀ ਗੱਲੋਂ ਲੈ ਕੇ ਆਂਦਾ ਗਿਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।